ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਡਿਸਕਸ ਕਰਾਂਗੇ 17 ਅਗਸਤ ਨੂੰ ਜੋ ਪੰਜਾਬ ਸਬ ਇੰਸਪੈਕਟਰ ਦਾ ਪੇਪਰ ਹੋਇਆ ਸੀਗਾ ਅਤੇ ਸਟੂਡੈਂਟ ਦੀ ਬੜੀ ਜ਼ਰੂਰਤ ਸੀਗੀ ਅਤੇ ਖੁਦ ਮੇਰੀ ਵੀ ਜ਼ਰੂਰਤ ਸੀਗੀ ਕਿ ਕਿਸੇ ਨੂੰ ਓਥੈਂਟਿਕ ਜੋ ਓਰੀਜਨਲ ਪੇਪਰ ਹੋਇਆ ਸੀਗਾ ਉਸਦੇ ਕੁਐਸਚਨ ਮਿਲ ਸਕਣ। ਤਾਂ ਜੀ ਮੈਂ ਤੁਹਾਡੇ ਲੱਗੇ ਲੈ ਕੇ ਆਇਆ ਹਾਂ ਕਿ ਜੋ ਮੈਂ ਪਾਰਟ 1 ਪਾਰਟ ਬਾਈ ਪਾਰਟ ਲਾ ਲਓ 17 ਤੋਂ ਲੈ ਕੇ 24 ਅਗਸਤ ਤੱਕ ਜਿੰਨੇ ਵੀ GS ਦੇ ਪੇਪਰ ਦੇ ਕੁਐਸਚਨ ਸੀਗੇ ਸਾਰੇ ਤੁਹਾਡੇ ਅੱਗੇ ਡਿਸਕਸ ਕਰੂੰਗਾ। ਅਤੇ ਇਹ 17 ਅਗਸਤ ਦਾ ਸੈੱਟ ਪਹਿਲਾ ਹੈ ਜੀ, ਸੈੱਟ ਦੂਸਰਾ ਆਪਾਂ ਜਲਦੀ ਲੈ ਕੇ ਆਵਾਂਗੇ ਤੁਹਾਡੀ ਰਿਸਪੌਂਸ ਅਨੁਸਾਰ। ਤਾਂ ਜੀ ਆਪਾਂ ਪਹਿਲਾ ਕੁਐਸਚਨ ਦੇਖਦੇ ਹਾਂ। ਸਿੰਘ ਸਭਾ ਨੂੰ ਅਪ੍ਰੈਲ ਡੈਸ਼ ਵਿੱਚ ਖਾਲਸਾ ਦੀਵਾਨ ਦੇ ਰੂਪ ਵਿੱਚ ਦੁਬਾਰਾ ਨਾਮ ਦਿੱਤਾ ਗਿਆ, ਤਾਂ ਇਹ 1883 ਹੈ ਜੀ। ਅਕਸਰ ਨੈਸ਼ਨਲ ਮੂਵਮੈਂਟ ਤੋਂ ਪੰਜਾਬ ਦੇ ਵਿੱਚ ਕੁਐਸਚਨ ਪੁੱਛੇ ਜਾਂਦੇ ਹਨ, ਤਾਂ ਆਪਾਂ ਸਾਡੀ ਇਹਦੇ ਉੱਪਰ ਪਕੜ ਬੜੀ ਮਜ਼ਬੂਤ ਹੋਣੀ ਚਾਹੀਦੀ ਹੈ ਜੀ। ਤਾਂ ਨੈਕਸਟ ਕੁਐਸਚਨ ਦੇਖਦੇ ਹਾਂ ਆਪਾਂ। ਇਹ ਹੈ ਜੀ, ਅਟਲ ਪੈਨਸ਼ਨ ਯੋਜਨਾ ਦੇ ਸੰਬੰਧੀ ਕਿਹੜੇ ਬਿਆਨ ਬਿਲਕੁਲ ਸਹੀ ਹਨ? ਤਾਂ ਪਹਿਲਾ, ਇਹ ਸਕੀਮ 2015 ਵਿੱਚ ਲਾਂਚ ਕੀਤੀ ਗਈ, ਬਿਲਕੁਲ ਸਹੀ ਹੈ ਜੀ। ਇਹ 60 ਸਾਲ ਦੀ ਉਮਰ ਤੋਂ ਬਾਅਦ ਘੱਟੋ ਘੱਟ ਪੈਨਸ਼ਨ ਦੀ ਗਾਰੰਟੀ ਪ੍ਰਦਾਨ ਕਰਦਾ ਹੈ, ਇਹ ਵੀ ਬਿਲਕੁਲ ਸਹੀ ਹੈ ਜੀ। ਤਾਂ ਤੁਹਾਡਾ ਪਹਿਲਾ ਆਪਸ਼ਨ ਬਿਲਕੁਲ ਕਰੈਕਟ ਹੋ ਜਾਵੇਗਾ। ਤਾਂ ਨੈਕਸਟ ਕੁਐਸਚਨ ਦੇਖਦੇ ਹਾਂ। ਹਾਂਜੀ, ਭਾਰਤੀ ਸੰਵਿਧਾਨ ਵਿੱਚ ਕਿਹੜਾ ਲੇਖ ਕਹਿੰਦਾ ਹੈ ਕਿ ਰਾਸ਼ਟਰਪਤੀ ਦੀ ਸਹਾਇਤਾ ਅਤੇ ਸਲਾਹ ਦੇਣ ਲਈ ਮੰਤਰੀ ਮੰਡਲ ਹੋਵੇਗਾ? ਤਾਂ ਇਹ ਬਿਲਕੁਲ ਸਹੀ ਹੈ ਜੀ। 74 ਦਾ ਪਾਰਟ ਪਹਿਲਾ ਜਾਂ ਇਹ 74 ਅਤੇ 75 ਰਾਸ਼ਟਰਪਤੀ ਅਤੇ ਮੰਤਰੀ ਮੰਡਲ ਪ੍ਰਧਾਨ ਮੰਤਰੀ ਬਾਰੇ ਹੁੰਦੇ ਹਨ ਜੀ ਇਹ ਆਰਟੀਕਲ। ਤਾਂ ਨੈਕਸਟ ਦੇਖਦੇ ਹਾਂ। ਦਾ ਫਸਟ ਸੋਫਟਵੇਅਰ ਟੈਕਨੋਲੋਜੀ ਪਾਰਕ, ਤਾਂ ਇਹ ਪੰਜਾਬ ਦੇ ਵਿੱਚ ਮੋਹਾਲੀ 'ਚ ਸਥਾਪਿਤ ਕੀਤਾ ਗਿਆ ਸੀ। ਅਤੇ ਤੁਹਾਡੀ ਨੌਲੇਜ ਲਈ ਮੈਂ ਦੱਸਣਾ ਚਾਹਾਂਗਾ ਕਿ ਮੋਹਾਲੀ ਨੂੰ ਇਲੈਕਟ੍ਰਿਕ ਸਿਟੀ ਵੀ ਕਿਹਾ ਜਾਂਦਾ ਹੈ ਜੀ ਪੰਜਾਬ ਦਾ। ਤਾਂ ਆਪਾਂ ਨੈਕਸਟ ਕੁਐਸਚਨ ਡਿਸਕਸ ਕਰਦੇ ਹਾਂ ਤੁਹਾਡੇ ਨਾਲ। ਨਟਾਲ ਕਾਂਗਰਸ, ਇਹ ਨਟਾਲ ਕਾਂਗਰਸ ਹੈ ਜੀ ਕਿੱਥੇ ਬਣਾਈ ਗਈ ਸੀ? ਤਾਂ ਇਹ 22 ਅਗਸਤ 1894 ਦੇ ਵਿੱਚ ਸਾਊਥ ਅਫਰੀਕਾ ਦੇ ਵਿੱਚ ਬਣਾਈ ਗਈ ਸੀ ਅਤੇ ਇਸ ਦੇ ਮੈਂਬਰ ਆਪਣੇ ਮਹਾਤਮਾ ਗਾਂਧੀ ਵੀ ਰਹਿ ਚੁੱਕੇ ਹਨ। ਤਾਂ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਆਪਾਂ। ਇਹਦੇ ਵਿੱਚ ਹੈ ਜੀ ਕਿ ਕਿਹੜਾ ਸੰਗੀਤਕਾਰ ਸਿੱਖ ਭਗਤ ਸੰਗੀਤ ਪਦਮ ਸ਼੍ਰੀ ਪ੍ਰਾਪਤ ਕਰਤਾ ਹੈ? ਤਾਂ ਇਹ ਭਾਈ ਨਿਰਮਲ ਸਿੰਘ ਖਾਲਸਾ ਬਿਲਕੁਲ ਰਾਈਟ ਆਨਸਰ ਹੈ ਜੀ ਇਸਦਾ। ਅਤੇ ਆਪਾਂ ਨੈਕਸਟ ਕੁਐਸਚਨ ਡਿਸਕਸ ਕਰਦੇ ਹਾਂ ਜੀ ਤੁਹਾਡੇ ਨਾਲ ਆਪਣਾ। ਇਸ ਲਈ ਪੁੱਛਿਆ ਗਿਆ ਹੈ ਜੀ ਕਿ ਜੋ ਆਪਣੇ ਵਾਈਸ ਪ੍ਰੈਜ਼ੀਡੈਂਟ ਸਨ ਅਬਦੁਲ ਕਲਾਮ ਦੀ ਬਾਇਓਗ੍ਰਾਫੀ, ਤਾਂ ਵਿੰਗਸ ਆਫ ਫਾਇਰ ਬਿਲਕੁਲ ਰਾਈਟ ਆਨਸਰ ਹੈ ਜੀ। ਤਾਂ ਨੈਕਸਟ ਕੀ ਇਸ ਵੈਸੇ ਈਜੀ ਜਿਹਾ ਕੁਐਸਚਨ ਹੈ ਜੀ। ਪੰਜਾਬ ਜੀ ਕਿ ਮਾਈਕਲ ਓਡਾਇਰ ਦੀ ਹੱਤਿਆ ਕਿਸ ਨੇ ਕੀਤੀ ਸੀ? ਤਾਂ ਸ਼ਹੀਦ ਊਧਮ ਸਿੰਘ ਨੇ ਕੀਤੀ ਸੀਗੀ ਜੀ, ਲੰਡਨ ਸ਼ਾਇਦ ਕੈਕਟਸ ਹਾਲ ਦੇ ਵਿੱਚ। ਤਾਂ ਨੈਕਸਟ ਕੁਐਸਚਨ ਦੇਖਦੇ ਹਾਂ ਜੀ। ਲਿਖਿਆ ਕਿ ਬੈਸਟ ਫੀਫਾ ਮੈਨਸ ਪਲੇਅਰ 2020, ਤਾਂ ਇਹ ਰੋਬਰਟ ਲੋਵਾਂਡੋਵਸਕੀ ਹੋ ਜਾਏਗਾ ਜੀ ਇਸਦਾ ਬਿਲਕੁਲ ਸਹੀ ਆਨਸਰ। ਅਤੇ ਕ੍ਰਿਸਟੀਆਨੋ ਰੋਨਾਲਡੋ, ਲਿਓਨਲ ਮੈਸੀ ਵੀ ਬਹੁਤ ਫੇਮਸ ਪਲੇਅਰ ਹਨ ਫੁੱਟਬਾਲ ਦੇ ਜੀ। ਤਾਂ ਨੈਕਸਟ ਕੁਐਸਚਨ ਦੇਖਦੇ ਹਾਂ ਆਪਣਾ। ਇਹਦੇ ਵਿੱਚ ਪੁੱਛਿਆ ਗਿਆ ਸੀ ਕਿ ਇਹ ਦਿਲਰੂਬਾ ਇੰਸਟਰੂਮੈਂਟ ਕਿਸ ਗੁਰੂ ਦੁਆਰਾ ਬਣਾਇਆ ਗਿਆ ਸੀ? ਇਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਣਾਇਆ ਗਿਆ ਸੀ। ਜਿਸ ਤਰ੍ਹਾਂ ਜੀ ਅਲੱਗ ਅਲੱਗ ਇੰਸਟਰੂਮੈਂਟ ਹਨ, ਅਲੱਗ ਅਲੱਗ ਦੁਆਰਾ ਲੋਕਾਂ ਦੁਆਰਾ ਬਣਾਏ ਗਏ ਹਨ, ਇਸੇ ਤਰ੍ਹਾਂ 10ਵੇਂ ਪਾਤਸ਼ਾਹ ਜੀ ਨੇ ਦਿਲਰੂਬਾ ਨੂੰ ਬਣਾਇਆ ਗਿਆ ਸੀਗਾ ਜੀ, ਤਾਂ 10ਵੇਂ ਪਾਤਸ਼ਾਹ ਜੀ ਦੁਆਰਾ। ਤਾਂ ਨੈਕਸਟ ਕੁਐਸਚਨ ਹੈ ਜੀ ਕਿ ਰਿਸਰਚ ਇੰਸਟੀਟਿਊਸ਼ਨ ਇਜ਼ ਲੋਕੇਟਡ ਇਨ ਸ਼ਿਮਲਾ, ਤਾਂ ਪੋਟੈਟੋ ਦਾ ਬਿਲਕੁਲ ਸਹੀ ਹੈ ਜੀ। ਉਸੇ ਤਰ੍ਹਾਂ ਆਪਾਂ ਦੇਖਦੇ ਹਾਂ ਉੱਪਰ ਲੀਚੀ ਦਾ ਪੁੱਛਿਆ ਗਿਆ, ਤਾਂ ਲੀਚੀ ਦਾ ਬਿਹਾਰ ਦੇ ਵਿੱਚ ਹੈ। ਬਾਇਓਡਾਇਵਰਸਿਟੀ ਦਾ ਹੈ ਜੀ ਆਪਣਾ ਚੇਨਈ ਦੇ ਵਿੱਚ 1 ਅਕਤੂਬਰ 2003 ਨੂੰ ਇਹ ਬਣਾਇਆ ਗਿਆ ਸੀਗਾ। ਅਤੇ ਫੋਰਥ ਆਪਸ਼ਨ ਮੈਨੂੰ ਨਹੀਂ ਲੱਗਦਾ ਕਿ ਇੰਨਾ ਇੰਪੋਰਟੈਂਟ ਹੈ, ਤਾਂ ਆਪਾਂ ਸਿੱਧਾ ਆਪਣਾ ਨੈਕਸਟ ਕੁਐਸਚਨ ਦੇਖਾਂਗੇ। ਤਾਂ ਇਸ ਦੇ ਵਿੱਚ ਇਹ ਇੱਕ ਇਕਨੋਮਿਕਸ ਦਾ ਕੁਐਸਚਨ ਹੈ ਜੀ। ਇਸ ਵਿੱਚ CRR ਦੀ ਫੁੱਲ ਫਾਰਮ ਪੁੱਛੀ ਗਈ ਹੈ, ਜੋ ਹੈ ਕੈਸ਼ ਰਿਜ਼ਰਵ ਰੇਸ਼ੋ, ਅਤੇ ਇਹ 3% ਹੁੰਦਾ ਜੀ। ਅਤੇ ਇੱਕ SLR ਹੁੰਦੀ ਹੈ, ਉਹ 18% ਹੁੰਦੀ ਹੈ। ਤਾਂ ਨੈਕਸਟ ਕੁਐਸਚਨ ਦੇਖਦੇ ਹਾਂ। ਇਸ ਦੇ ਵਿੱਚ ਪੁੱਛਿਆ ਗਿਆ ਕਿ ਭਗਤ ਸੋਰਾਪੀ ਕਿਹੜੇ ਸਾਜ਼ ਨਾਲ ਸੰਬੰਧਿਤ ਹਨ? ਤਾਂ ਸੰਤੂਰ, ਜਿਸ ਤਰ੍ਹਾਂ ਆਪਾਂ ਸਰੋਂਦ ਨਾਲ ਦੇਖਦੇ ਹਾਂ ਜੀ
ਆਮਜਦ ਅਲੀ, ਅਲੀ ਅਕਬਰ ਅਤੇ ਬੰਸਰੀ ਨਾਲ ਦੇਖਦੇ ਹਾਂ ਪੰਨਾ ਲਾਲ ਘੋਸ਼। ਇਸੇ ਤਰ੍ਹਾਂ ਭਗਤ ਸੋਰਾਪੀ ਆਪਣੇ ਸੰਤੂਰ ਨਾਲ ਸੰਬੰਧਿਤ ਹਨ ਜੀ। ਇਸ ਤਰ੍ਹਾਂ ਦੇ ਸਟੈਟਿਕ ਜੀਕੇ ਦੇ ਕੁਐਸਚਨ ਅਕਸਰ ਪੁੱਛੇ ਜਾਂਦੇ ਹਨ ਅਤੇ ਪੰਜਾਬ ਸਬ ਇੰਸਪੈਕਟਰ 'ਚ ਵੀ ਪਿਛਲੇ ਸਾਲ ਪੁੱਛੇ ਗਏ ਸੀਗੇ ਇਹ ਮਤਲਬ ਕਿ ਇਸ ਤਰ੍ਹਾਂ ਦੇ ਰਿਲੇਟਿਵ ਕੁਐਸਚਨ। ਅਤੇ ਜੋ ਪਹਿਲਾਂ ਆਪਾਂ CRR ਵਾਲਾ ਵੇਖਿਆ ਜੀ ਉਹ ਵੀ ਪੰਜਾਬ ਸਬ ਇੰਸਪੈਕਟਰ ਦੇ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਦੇ ਵਿੱਚ ਪੁੱਛਿਆ ਗਿਆ ਸੀਗਾ। ਤਾਂ ਜੋ ਸਟੈਟਿਕ ਜੀਕੇ ਦਾ ਆਪਣਾ ਪਾਰਟ ਹੈ ਜੀ ਤਾਂ ਆਪਾਂ ਨੂੰ ਉਹਦੇ 'ਤੇ ਆਪਣੀ ਪਕੜ ਬੜੀ ਮਜ਼ਬੂਤ ਬਣਾਉਣੀ ਪਵੇਗੀ। ਕਿੱਥੋਂ ਪੜ੍ਹਦੇ ਆ ਸਰ? ਤੁਸੀਂ ਲੂਸ ਐਂਡ ਦੀ ਬੁੱਕ 'ਚੋਂ ਵੀ ਪੜ੍ਹ ਸਕਦੇ ਹੋ ਜੋ ਪਿੱਛੇ ਮਿਸਲੇਨੀਅਸ ਉਹਦਾ ਪਾਰਟ ਦਿੱਤਾ ਹੁੰਦਾ ਗਾ। ਅਤੇ ਵੈਸੇ ਤਾਂ ਜਿਵੇਂ ਕੋਈ ਅਲੱਗ-ਅਲੱਗ ਟੋਪਿਕ ਸਰਚ ਕਰਨੇ ਜਾਂ ਵੱਧ ਤੋਂ ਵੱਧ ਤੁਸੀਂ ਮੋਕ ਟੈਸਟ ਲਾਓ ਸਟੈਟਿਕ ਜੀਕੇ ਦੇ, ਕਿਉਂਕਿ ਸਬ ਇੰਸਪੈਕਟਰ 'ਚ ਜ਼ਿਆਦਾ ਵੇਟੇਜ ਸਟੈਟਿਕ ਜੀਕੇ ਦੀ ਹੀ ਰਹੀ ਹੈ ਅਤੇ ਥੋੜ੍ਹੀ ਡਿਟੇਲ 'ਚ ਪੋਲਿਟੀ। ਤਾਂ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਆਪਣਾ। ਇਹਦੇ ਵਿੱਚ ਪੁੱਛਿਆ ਗਿਆ ਕਿ ਫਾਸਟੈਸਟ ਕ੍ਰਿਕਟ ਕਿਹੜੇ ਹਨ ਜਿਨ੍ਹਾਂ ਨੇ ODI ਵਿੱਚ 12,000 ਰਨ ਬਣਾਏ। ਤਾਂ ਵਿਰਾਟ ਕੋਹਲੀ ਬਹੁਤ ਹੀ ਫੇਮਸ ਖਿਡਾਰੀ ਨੇ ਆਪਣੇ ਕ੍ਰਿਕਟ ਦੇ। ਤਾਂ ਆਪਣਾ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਆਪਾਂ ਹੁਣ। ਇਹਦੇ ਵਿੱਚ ਪੁੱਛਿਆ ਗਿਆ ਕਿ ਕਿਹੜਾ ਰਾਜ ਸੰਬਲਪੁਰੀ ਸਾੜੀ ਲਈ ਪ੍ਰਸਿੱਧ ਹੈ। ਤਾਂ ਬਿਲਕੁਲ ਉੜੀਸਾ ਇਹਦਾ ਬਿਲਕੁਲ ਰਾਈਟ ਆਨਸਰ ਹੈ ਜੀ। ਅਤੇ ਆਪਾਂ ਆਪਣਾ ਨੈਕਸਟ ਕੁਐਸਚਨ ਦੇਖਦੇ ਹਾਂ ਹੁਣ। ਇਸ ਦੇ ਵਿੱਚ ਪੁੱਛਿਆ ਗਿਆ ਹੈ ਕਿ ਆਪਰੇਸ਼ਨ ਬਲੂ ਸਟਾਰ ਸਮੇਂ ਆਰਮੀ ਦੀ ਕਮਾਂਡ ਕਿਹੜੇ ਮੇਜਰ ਜਰਨਲ ਦੇ ਹੱਥ ਵਿੱਚ ਸੀ। ਤਾਂ ਕੁਲਦੀਪ ਸਿੰਘ ਬਰਾੜ ਬਿਲਕੁਲ ਰਾਈਟ ਆਨਸਰ ਹੈ ਜੀ। ਆਪਰੇਸ਼ਨ ਬਲੂ ਸਟਾਰ ਬਾਰੇ ਤਾਂ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੀ ਹੋਣੇ। ਅਤੇ ਇਹ ਬੜੇ ਇੰਪੋਰਟੈਂਟ ਕੌਂਸਟੀਟਿਊਸ਼ਨ ਅਮੈਂਡਮੈਂਟਸ ਹਨ ਜੋ ਮੈਂ ਤੁਹਾਡੇ ਨਾਲ ਡਿਸਕਸ ਕਰੂੰਗਾ ਅਤੇ ਮੈਂ 4 ਆਪਸ਼ਨ ਹੀ ਕਰਨਾ ਚਾਹਾਂਗਾ। ਅਤੇ ਇਸ ਵਿੱਚ ਪੁੱਛਿਆ ਗਿਆ ਸੀ ਕਿ 59 ਜੀ ਪੰਜਾਬ 'ਚ ਆਤੰਕਵਾਦ ਰੋਕਣ ਲਈ ਐਮਰਜੈਂਸੀ 'ਚ ਕੁਛ ਬਦਲਾਵ ਕੀਤੇ ਗਏ ਸੀਗੇ ਉਹਦੇ ਲਈ ਸੀ। ਅਤੇ ਆਰਟੀਕਲ 62 ਇਹਦੇ ਵਿੱਚ SC ਅਤੇ ST ਲੋਕਾਂ ਲਈ ਆਰਟੀਕਲ 234 'ਚ ਕੁਛ ਬਦਲਾਵ ਕਰਕੇ ਉਹਨਾਂ ਦਾ ਆਰਕਸ਼ਣ 40 ਤੋਂ 50 ਸਾਲ ਕਰ ਦਿੱਤਾ ਗਿਆ ਸੀ। ਅਤੇ ਆਰਟੀਕਲ 61 'ਚ ਵੋਟ ਪਾਉਣ ਦਾ ਜੋ ਉਮਰ ਸੀ 21 ਤੋਂ ਉਸਨੂੰ ਘਟਾ ਕੇ 18 ਸਾਲ ਕਰ ਦਿੱਤੀ ਗਈ ਸੀ। ਅਤੇ ਅੱਗੇ ਆਪਾਂ ਦੇਖਦੇ ਹਾਂ ਆਰਟੀਕਲ 60 ਇਸ ਦੇ ਵਿੱਚ ਹੀ 1988 ਦੇ ਵਿੱਚ ਆਰਟੀਕਲ 276 'ਚ ਚੇਂਜ ਕੀਤਾ ਗਿਆ ਸੀ ਕਿ ਰਾਜਾਂ ਟਰੇਡ ਆਦਿ 'ਚ ਰਾਜਾਂ ਦੁਆਰਾ ਕਰ ਲਗਾਇਆ ਜਾਂਦਾ ਸੀਗਾ ਜੋ ਉਸ ਨੂੰ 250 ਤੋਂ 2500 ਕਰ ਦਿੱਤਾ ਗਿਆ ਸੀਗਾ। ਅਤੇ ਮੈਂ ਅਗੇਨ ਕਹਿਣਾ ਚਾਹਾਂਗਾ ਜੀ ਆਰਟੀਕਲ ਕੌਂਸਟੀਟਿਊਸ਼ਨ ਅਮੈਂਡਮੈਂਟਸ 'ਤੇ ਤੁਹਾਡੀ ਪੋਲਿਟੀ ਬਹੁਤ ਹੀ ਡਿਟੇਲ 'ਚ ਥਿਊਰੀ 'ਚ ਪੜ੍ਹੀ ਹੋਣੀ ਚਾਹੀਦੀ ਹੈ ਜੀ। ਹੁਣ ਪੇਪਰ ਕੈਂਸਲ ਹੋ ਚੁੱਕਿਆ, ਜੋ ਨੈਕਸਟ ਪੇਪਰ ਆਉਣਾ ਥੋੜ੍ਹਾ ਇਸ ਨਾਲ ਰਿਲੇਟਿਵ ਵੀ ਹੋ ਸਕਦਾ ਜੀ ਜੋ ਕਿ ਤਾਂ ਕਿ ਇਹਨਾਂ ਦੇ ਜਿਨ੍ਹਾਂ ਤੋਂ ਟੋਪਿਕ ਤੋਂ ਕੁਐਸਚਨ ਪੁੱਛੇ ਜਾਣ ਤਾਂ ਉਹਨਾਂ ਨੂੰ ਬਿਲਕੁਲ ਤੁਹਾਡੀ ਟਿਪਸ 'ਤੇ ਹੋਣੇ ਚਾਹੀਦੇ ਆ ਉਹ। ਤਾਂ ਨੈਕਸਟ ਕੁਐਸਚਨ ਦੇਖਦੇ ਹਾਂ ਜੀ। ਅਤੇ ਇਸ 'ਚ ਪੁੱਛਿਆ ਗਿਆ ਸੀ ਭਾਰਤ ਦਾ ਪਹਿਲਾ ਇਲੈਕਸ਼ਨ ਕਮਿਸ਼ਨਰ ਕੌਣ ਸੀ। ਤਾਂ ਇਹ ਬਹੁਤ ਈਜ਼ੀ ਜਿਹਾ ਕੁਐਸਚਨ ਹੈ, ਸੁਕੁਮਾਰ ਸੈਨ। ਪਤਾ ਨਹੀਂ ਕਿੰਨੇ ਪੇਪਰਾਂ ਦੇ ਵਿੱਚ ਇਹ ਪਹਿਲਾਂ ਡਿਸਕਸ ਹੋ ਚੁੱਕਿਆ ਜੀ। ਤਾਂ ਇਸ ਕਰਕੇ ਇਹ ਵੀ ਇੱਕ ਸਟੈਟਿਕ ਜੀਕੇ ਦਾ ਕੁਐਸਚਨ ਹੈ। ਤਾਂ ਨੈਕਸਟ ਕੁਐਸਚਨ ਕਿ ਟਾਈਮਸ ਪਰਸਨ ਆਫ ਦਾ ਈਅਰ ਅਵਾਰਡ 2020 ਕਿਸ ਨੂੰ ਦਿੱਤਾ ਗਿਆ। ਤਾਂ ਜੋਏ ਬਾਇਡਨ ਜੋ ਕਿ 46ਵੇਂ ਪ੍ਰੈਜ਼ੀਡੈਂਟ ਹਨ USA ਦੇ, ਅਤੇ ਕਮਲਾ ਹੈਰਿਸ ਵਾਈਸ ਪ੍ਰੈਜ਼ੀਡੈਂਟ ਨੇ ਜੀ। ਇਹਨਾਂ ਦੋਨਾਂ ਨੂੰ ਹੀ ਦਿੱਤਾ ਗਿਆ ਸੀ, ਬਿਲਕੁਲ ਸਹੀ। ਅਤੇ 4th ਆਪਸ਼ਨ ਤੁਹਾਡਾ ਬਿਲਕੁਲ ਸਹੀ ਹੋ ਜਾਵੇਗਾ ਜੀ। ਅਤੇ ਕਮਲਾ ਹੈਰਿਸ ਭਾਰਤੀ ਮੂਲ ਦੇ ਹਨ ਜੋ ਕਿ ਵਾਈਸ ਪ੍ਰੈਜ਼ੀਡੈਂਟ ਹਨ ਇਸ ਸਮੇਂ ਅਮਰੀਕਾ ਦੇ, USA ਕਿਹਾ ਜਾਂਦਾ ਜਿਸ ਨੂੰ। ਤਾਂ ਨੈਕਸਟ ਕੁਐਸਚਨ ਇਹ ਵੀ ਇੱਕ ਪੰਜਾਬ ਜੀਕੇ ਦਾ ਬੜਾ ਈਜ਼ੀ ਜਿਹਾ ਕੁਐਸਚਨ ਹੈ ਜੀ ਕਿ ਸਤਲੁਜ ਰਿਵਰ ਉੱਪਰ ਕਿਹੜਾ ਡੈਮ ਬਣਿਆ ਗਿਆ ਹੈ। ਤਾਂ ਭਾਖੜਾ ਡੈਮ ਬਣਿਆ ਹੋਇਆ ਜੀ, ਬਿਲਕੁਲ ਈਜ਼ੀ ਜਿਹਾ ਕੁਐਸਚਨ। ਤਾਂ ਆਪਾਂ ਆਪਣਾ ਨੈਕਸਟ ਕੁਐਸਚਨ ਦੇਖਦੇ ਹਾਂ। ਇਹਦੇ ਵਿੱਚ ਵੀ ਅਗੇਨ ਇੱਕ ਆਰਟੀਕਲ ਤੋਂ ਕੁਐਸਚਨ ਹੈ ਅਤੇ ਇਸ 'ਚ ਲਿਖਿਆ ਹੈ ਸਭ ਤੋਂ ਪਹਿਲਾਂ ਆਰਟੀਕਲ 129। ਇਹ ਬਿਲਕੁਲ ਗਲਤ ਹੈ ਜੀ। ਇਹ ਇੱਕ ਦੱਸਦਾ ਹੈ ਕਿ ਸੁਪਰੀਮ ਕੋਰਟ ਇਜ਼ ਕੋਰਟ ਆਫ ਰਿਕਾਰਡ। ਅਤੇ ਮਤਲਬ ਕਿ ਸਰ ਇਹਨਾਂ ਦੀ ਡੈਫੀਨੇਸ਼ਨ ਥੋੜ੍ਹੀ ਅਗਰ ਤੁਸੀਂ ਵਿਕੀਪੀਡੀਆ ਤੋਂ ਸੁਣੋ ਤਾਂ ਬਿਲਕੁਲ ਸਹੀ ਹੈ ਜੀ। ਤਾਂ ਮੈਂ ਤੁਹਾਨੂੰ ਇੱਕ ਸ਼ਾਰਟ 'ਚ ਦੱਸ ਦਿੰਦਾ। ਆਰਟੀਕਲ 131 ਹੈ ਫਾਈਨਲ ਆਰਡਰ ਦਿੱਤੇ ਜਾਂਦੇ ਹਨ ਜੋ। ਅਤੇ ਆਰਟੀਕਲ 26 'ਚ ਮੰਨ ਕੇ ਚਲੋ ਜੋ ਆਪਣੇ ਚੀਫ ਜਸਟਿਸ ਆਫ ਇੰਡੀਆ ਨੇ ਉਹ ਕਿਸੇ ਕੰਮ 'ਤੇ ਨੇ ਜਾਂ ਉਹ ਕੋਈ ਕੰਮ ਨਹੀਂ ਕਰ ਸਕਦੇ ਬਾਈ ਦਾ ਵੇ ਉਹ ਬਿਮਾਰ ਨੇ ਤਾਂ ਪ੍ਰੈਜ਼ੀਡੈਂਟ ਕਿਸੇ ਹੋਰ ਜੱਜ ਨੂੰ ਉਹਦੀ ਥਾਂ 'ਤੇ ਅਪੁਆਇੰਟ ਕਰ ਸਕਦਾ ਹੈ ਤਾਂ ਕਿ ਉਸਦਾ ਕੰਮ ਕੀਤਾ ਜਾ ਸਕੇ। ਅਤੇ ਆਰਟੀਕਲ 24 ਵੀ ਮੈਨੂੰ ਨਹੀਂ ਲੱਗਦਾ ਕਿ ਇੰਨਾ ਇੰਪੋਰਟੈਂਟ ਹੈ ਤਾਂ ਮੈਂ ਦੱਸਣਾ ਸਹੀ ਵੀ ਨਹੀਂ ਸਮਝਾਂਗਾ। ਤੁਸੀਂ ਜੋ ਆਪਣੇ ਬੇਸਿਕ ਹਨ ਜਾਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ ਉਹਨਾਂ ਨੂੰ ਜ਼ਰੂਰ
ਜ਼ਰੂਰ ਧਿਆਨ ਨਾਲ ਪੜ੍ਹ ਕੇ ਜਾਇਓ ਜੀ ਅਗਲੇ ਜਦੋਂ ਪੇਪਰ ਹੋਣਾ ਗਾ। ਤਾਂ ਨੈਕਸਟ ਕੁਐਸਚਨ ਦੇਖਦੇ ਹਾਂ ਜੀ। ਤਾਂ ਹਾਂ, ਇਹ ਬਹੁਤ ਹੀ ਕਰੰਟ ਅਫੇਅਰ ਦਾ ਇੱਕ ਬਹੁਤ ਹੀ ਵਧੀਆ ਕੁਐਸਚਨ ਹੈ ਜੀ ਕਿ 28ਵਾਂ ਐਡੀਸ਼ਨ ਆਫ ਹੁਨਰ ਹਾਟ ਦੀ ਥੀਮ ਕੀ ਸੀ। ਤਾਂ ਮੈਂ ਥੋੜ੍ਹਾ ਡਿਟੇਲ 'ਚ ਦੱਸਣਾ ਚਾਹੂੰਗਾ ਤੁਹਾਨੂੰ ਇਹਦੇ ਬਾਰੇ ਕਿ ਇਹ 26 ਮਾਰਚ ਤੋਂ 4 ਅਪ੍ਰੈਲ ਗੋਆ ਵਿੱਚ ਕਰਵਾਇਆ ਗਿਆ ਸੀ ਅਤੇ ਇਸ ਦੀ ਥੀਮ ਸੀਗੀ ਵੋਕਲ ਫੋਰ ਲੋਕਲ। ਤਾਂ ਨੈਕਸਟ ਕੁਐਸਚਨ ਦੇਖਦੇ ਹਾਂ ਜੀ। ਜੀ ਹਾਂ, ਇਸ ਦੇ ਵਿੱਚ ਪੁੱਛਿਆ ਗਿਆ ਕਿ ਅਨੁਸੂਚੀ 3 ਵਿਧਾਨਿਕ ਸੂਚੀਆਂ ਨਾਲ ਸੰਬੰਧਿਤ ਹੈ। ਤਾਂ ਪਾਰਟ 7ਵਾਂ ਅਨੁਸੂਚੀ 7ਵੀਂ ਜੀ, ਬਿਲਕੁਲ ਸਹੀ ਹੈ। ਤਾਂ ਟੋਟਲ 12 ਅਨੁਸੂਚੀਆਂ ਹਨ ਭਾਰਤ ਦੇ ਸੰਵਿਧਾਨ 'ਚ। ਤਾਂ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਆਪਾਂ ਹੁਣ। ਹਾਂ, ਇੰਟਰ ਸਟੇਟ ਰਿਲੇਸ਼ਨ, ਇਹ ਬਿਲਕੁਲ ਈਜ਼ੀ ਜਿਹਾ ਕੁਐਸਚਨ ਹੈ ਜੀ। ਤੁਸੀਂ ਪੋਲਿਟੀ ਦੇ ਵਿੱਚ ਬਿਲਕੁਲ ਡਿਟੇਲ ਦੇ ਵਿੱਚ ਪੜ੍ਹਿਆ ਹੈ। ਹਰ ਇੱਕ ਮਤਲਬ ਕਿ ਬੇਸਿਕ ਜਿਹਾ ਕੁਐਸਚਨ ਹੈ ਜੋ ਕਿ ਇਸਦਾ ਆਨਸਰ ਪ੍ਰੈਜ਼ੀਡੈਂਟ ਹੈ। ਤਾਂ ਆਪਾਂ ਨੈਕਸਟ ਲੈ ਕੇ ਆਵਾਂਗੇ ਜਿਵੇਂ ਦਾ ਤੁਹਾਡਾ ਰਿਸਪੌਂਸ ਰਹੇਗਾ। ਠੀਕ ਹੈ ਸਰ, ਪਾਰਟ 2 ਜਲਦੀ ਲੈ ਕੇ ਆਵਾਂਗੇ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ, ਥੈਂਕ ਯੂ।